ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਭੁੱਲਰਜੀਤ ਸਿੰਘ ਤੁਹਾਡੇ ਨਾਲ। ਤਾਂ ਖਬਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਦੀ। ਦਿੱਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮੋਰਚਾ ਲਗਾਇਆ ਹੋਇਆ ਉਸ ਦੇ ਵਿੱਚ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਦਿੱਲੀ ਦੇ ਵਿੱਚ ਕੈਪਟਨ ਸੀਐਮ ਅਮਰਿੰਦਰ ਦਾ ਜਿਹੜਾ ਲੰਚ ਹੈ ਉਹ ਜਾਰੀ ਹੈ। ਲੰਚ ਮਗਰੋਂ ਵਿਧਾਇਕਾਂ ਦੇ ਨਾਲ ਬੈਠਕ ਕਰਨਗੇ ਮੁੱਖ ਮੰਤਰੀ ਪੰਜਾਬ। ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਹਾਊਸ ਦੇ ਵਿੱਚ ਸੀਐਮ ਇਸ ਵੇਲੇ ਸਾਰੇ ਵਿਧਾਇਕਾਂ ਦੇ ਨਾਲ ਮੌਜੂਦ ਨੇ। ਲੰਚ ਉੱਥੇ ਚੱਲ ਰਿਹਾ ਵਿਧਾਇਕਾਂ ਦੇ ਨਾਲ। ਤਾਂ ਫਿਲਹਾਲ ਦੱਸ ਦਈਏ ਕਿ ਲੰਚ ਵਿਧਾਇਕਾਂ ਦੇ ਨਾਲ ਖਤਮ ਹੋ ਚੁੱਕਿਆ। ਹੁਣ ਅੱਗੇ ਕੀ ਰਣਨੀਤੀ ਹੋਵੇਗੀ ਇਸ ਦੇ ਉੱਪਰ ਵਿਚਾਰ ਚਰਚਾ ਕੀਤੀ ਜਾਣੀ ਹੈ। ਵਿਧਾਇਕਾਂ ਦੇ ਨਾਲ ਬੈਠਕ ਹੋਵੇਗੀ, ਉਸ ਦੇ ਵਿੱਚ ਤੈਅ ਹੋਵੇਗਾ ਅੱਗੇ ਕਾਂਗਰਸ ਦੀ ਕੀ ਰਣਨੀਤੀ ਰਹੀ ਹੈ। ਕੀ ਇਹ ਸੰਕੇਤਿਕ ਧਰਨਾ ਅੱਜ ਤੱਕ ਹੀ ਸੀਮਿਤ ਰਹੇਗਾ ਜਾਂ ਫਿਰ ਅੱਗੇ ਲੰਮਾ ਚੱਲੇਗਾ, ਜਿਵੇਂ ਕਿ ਹੁਣ ਤੱਕ ਕਿਆਸ ਰਾਈਆਂ ਆ ਰਹੀਆਂ ਨੇ ਕਿ ਸੰਕੇਤ ਮਿਲੇ ਨੇ। ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੜਾਈ ਹਲੇ ਲੰਮੀ ਜਾਣੀ ਹੈ। ਤਾਂ ਆਪਣੇ ਵਿਧਾਇਕਾਂ ਤੇ ਸੰਸਦਾਂ ਸਣੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਵੇਰੇ ਜੰਤਰ ਮੰਤਰ ਤੇ ਧਰਨਾ ਵੀ ਦਿੱਤਾ ਸੀ। ਤਾਂ ਹੁਣ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਸਾਰੇ ਹੀ ਵਿਧਾਇਕਾਂ ਦੇ ਨਾਲ ਕਪੂਰਥਲਾ ਹਾਊਸ ਦੇ ਵਿੱਚ ਮੌਜੂਦ ਨੇ, ਜਿੱਥੇ ਉਹਨਾਂ ਨੇ ਹੁਣ ਤੋਂ ਚੰਦ ਮਿੰਟ ਪਹਿਲਾਂ ਹੀ ਲੰਚ ਕੀਤਾ ਸਾਰੇ ਵਿਧਾਇਕਾਂ ਦੇ ਨਾਲ। ਇਸ ਤੋਂ ਬਾਅਦ ਹੁਣ ਵਿਧਾਇਕਾਂ ਦੇ ਨਾਲ ਗੱਲਬਾਤ ਦਾ ਜਿਹੜਾ ਦੌਰਾ ਸ਼ੁਰੂ ਹੋਏਗਾ। ਵਿਧਾਇਕਾਂ ਦੇ ਨਾਲ ਬੈਠਕ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਉਸ ਬੈਠਕ ਤੋਂ ਬਾਅਦ ਹੀ ਅਸਲੀ ਜਿਹੜੀ ਰੂਪਰੇਖਾ ਸਾਹਮਣੇ ਆਏਗੀ ਕਿ ਇਹ ਜਿਹੜਾ ਧਰਨਾ ਇਹ ਕਿੰਨਾ ਕੁ ਲੰਬਾ ਜਾਏਗਾ, ਅੱਗੇ ਕੀ ਰਣਨੀਤੀ ਹੋਵੇਗੀ, ਕੀ ਸੈਂਟਰ ਦੇ ਨਾਲ ਕਿਸ ਤਰੀਕੇ ਦਾ ਵਤੀਰੇਗਾ। ਤਾਂ ਸਾਰੇ ਹੀ ਜਿਹੜੀਆਂ ਇਹ ਗੱਲਾਂ ਨੇ ਤਾਂ ਇਸ ਜਿਹੜੀ ਹੁਣ ਲੰਚ ਤੋਂ ਬਾਅਦ ਬੈਠਕ ਹੋਣੀ ਹੈ ਇਸ ਦੇ ਉੱਪਰ ਨਿਰਭਰ ਕਰਦੇ ਨੇ। ਇੱਕ ਵਾਰ ਫਿਰ ਤੋਂ ਰੋਕ ਕਰਦੇ ਮੇਰੇ ਸਹਿਯੋਗੀ ਦਿੱਲੀ ਤੋਂ ਲਗਾਤਾਰ ਬਣੇ ਹੋਏ ਨੇ ਪੰਕਜ ਕਪਾਹੀ ਕੋ ਚੱਲਦੇ ਆ। ਪੰਕਜ, ਸਵੇਰ ਤੋਂ ਹੀ ਮੋਰਚਾ ਸੰਭਾਲਿਆ ਹੋਇਆ ਦਿੱਲੀ ਦੇ ਵਿੱਚ, ਖੁਦ ਕੈਪਟਨ ਅਮਰਿੰਦਰ ਸਿੰਘ ਅਗਵਾਈ ਕਰ ਰਹੇ ਨੇ ਤੇ ਹੋਰਾਂ ਵਿਧਾਇਕਾਂ ਦਾ ਵੀ ਬਾਗੀ ਵਿਧਾਇਕਾਂ ਦਾ ਵੀ ਸਾਥ ਮਿਲ ਰਿਹਾ। ਲੰਚ ਹੋ ਚੁੱਕਿਆ ਹੈ, ਮੀਟਿੰਗ ਹੋਣ ਜਾ ਰਹੀ ਹੈ, ਕੀ ਕੁਝ ਹੋਰ ਜਾਣਕਾਰੀ ਹੈ? बिल्कुल इस वेले कैप्टन अमरिंदर सिंह ने सारे विधायकों को लंच दिता है। धरना उस तो पहला दिता गया सी और ये कहा गया कि आर पार की केंद्र सरकार दे नाल पंजाब की लड़ाई है। कल दिल्ली दे विच रेल मंत्री नाल अहम मीटिंग जिहड़ी मैंबर पार्लीमेंट की होएगी। मेरे नाल डॉक्टर अमर सिंह ने, इन्हां नाल गलबात कर लैंदे आ। डॉक्टर साहब, दो तीन मेरे अहम सवाल ने। एक तो धरना होया और उस वेले मुख मंत्री ने जिक्र नोटिस का भी किया कि इनकम टैक्स ने नोटिस जिहड़ा वा मुख मंत्री नूं भेजिया, उन्हां दे परिवार नूं भेजिया। किवें तुसीं इस टाइमिंग नूं देखदे हो और पता लग पाया कि किस गल दा नोटिस है? नहीं देखो, ये उन्होंने परसनल नोटिस आया, उन्होंने परसनल गल्लां ते दसियां नहीं हैगियां, लेकिन जदों माहौल इस तरह का होवे ਉਹਦੇ ਵਿੱਚ नोटिस भेजने दोवें एक्सप्लेन भी किए जा सकते, लेकिन भेजने नहीं चाहिए हैगे। दे शुड हैव वेटेड फॉर सम टाइम, क्योंकि अजे पंजाब दी किसान एजिटेशन कर रहे हैं, रेलां बंद ने। ते मेरा ख्याल है टाइमिंग जिहड़ी ईडी वालों की गई है वो अप्रोप्रीएट नहीं। अज धरना दिता गया, उस तो बाद मुख्यमंत्री ने लंच भी दिता है। कोई गलबात खास गलबात हुई कि अगे दी रणनीति की उलीकी जानी है? क्योंकि केंद्र सरकार तो कह रही कि 70 साल बाद असी किसानों को आज़ाद किया है, असी किसानों की आमदन दुगनी कर रहे हैं, यानी कि केंद्र सरकार पिछे नहीं हटेगी। नाल ही नाल केंद्र सरकार ये दलील दे रही कि रेल लाइनां दे उत्ते कांग्रेस ने जिहड़े उत्थे लोग बिठाए हुए ने। तां अजिहे च अगली रणनीति की उलीकी जाएगी? मुख्यमंत्री ने इस मुतल्लक कोई गलबात की है कि धरना दोबारा तो रखा जाएगा कि कुछ रणनीति रहेगी? नहीं देखो, एक तो मैं क्लीयर कर देना चाहना, पंजाब सरकार और कांग्रेस, ਅਸੀਂ सीएम साहब ने अपने भाषण ਵਿੱਚ भी ਇਹ ਗੱਲ ਕਹੀ ਹੈ ਕਿ ਅਸੀਂ ਕੇਂਦਰ ਸਰਕਾਰ ਨਾਲ ਕੋਈ ਕਨਫਰੰਟੇਸ਼ਨ ਨਹੀਂ ਕਰਨਾ ਚਾਹੁੰਦੇ। ਅਦਰਵਾਈਜ਼ ਅਸੀਂ ਟਾਈਮ ਕਿਉਂ ਮੰਗੇ? ਸਾਰੇ ਐਮਪੀਜ਼ ਨੇ ਰੇਲਵੇ ਮਿਨਿਸਟਰ ਸਾਹਿਬ ਤੋਂ, ਪ੍ਰਾਈਮ ਮਿਨਿਸਟਰ ਸਾਹਿਬ ਤੋਂ ਟਾਈਮ ਮੰਗਿਆ। ਕੱਲ ਅਸੀਂ ਸਪੀਕਰ ਸਾਹਿਬ ਨੂੰ ਮਿਲਣ ਗਏ ਸੀ, ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਐਮਪੀ ਹਾਂ, ਤੁਸੀਂ ਸਾਡੇ ਬਿਹਾਫ ਤੇ ਇੰਟਰਵੀਨ ਕਰੋ। ਤੁਸੀਂ ਕੱਲ ਪਾਰਲੀਮੈਂਟ ਦੇ ਸਪੀਕਰ ਨਾਲ ਮੁਲਾਕਾਤ ਕੀਤੀ, ਅਹਿਮ ਜਾਣਕਾਰੀ ਦੇ ਰਹੇ ਹੋ ਕਿ ਕੁਝ ਗੱਲਬਾਤ ਸਪੀਕਰ ਸਾਹਿਬ ਦੇ ਨਾਲ ਤੁਹਾਡੀ? ਅਸੀਂ ਉਹਨਾਂ ਨੂੰ ਬੇਨਤੀ ਇਹ ਕੀਤੀ ਆ ਕਿ ਸਾਹਿਬ ਤੁਸੀਂ ਸਾਡੇ ਮੁਖੀਆ ਹੋ ਲੋਕ ਸਭਾ ਦੇ, ਤੁਸੀਂ ਕੇਂਦਰ ਸਰਕਾਰ 'ਚ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਨਾਲ ਗੱਲ ਕਰੋ ਕਿ ਪੰਜਾਬ ਨਾਲ ਇਸ ਤਰ੍ਹਾਂ ਨਾ ਕਰੀਏ ਆਪਾਂ, ਕਿਉਂਕਿ ਉਹਦੀਆਂ ਰੇਲਾਂ ਬੰਦ ਕਰਨਾ ਤਾਂ ਕਿਸੇ ਹਿਸਾਬ ਨਾਲ ਵੀ ਲੌਜਿਕ ਨਹੀਂ ਲੱਗਦਾ, ਉਹ ਕਿਸੇ ਹਿਸਾਬ ਨਾਲ ਵਾਜਿਬ ਨਹੀਂ ਹੈਗੀਆਂ। ਸਿਰਫ 2 ਪ੍ਰਾਈਵੇਟ ਪਲਾਂਟਾਂ ਦੀਆਂ ਜਿਹੜੀਆਂ ਪ੍ਰਾਈਵੇਟ ਲਾਈਨਾਂ ਹੁੰਦੀਆਂ, ਮੇਨ ਲਾਈਨ ਤੋਂ ਹਰ ਜਿਹੜਾ ਪ੍ਰਾਈਵੇਟ ਅਦਾਰਾ ਹੁੰਦਾ ਹੈਗਾ ਉਹ ਲਾਈਨ ਖਿੱਚਦਾ ਆਪਣੀ ਪਰਸਨਲ। ਤੇ ਫਿਰ ਅੱਗੇ ਹੁਣ ਰਣਨੀਤੀ ਕੀ ਉਲੀਕੀ ਜਾਏਗੀ? ਰਣਨੀਤੀ ਅਸੀਂ ਤੇ ਕੱਲ ਰੇਲਵੇ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਰੇਲਾਂ ਚਾਲੂ ਕਰਨਗੇ। ਮੁੱਖ ਮੰਤਰੀ ਪੰਜਾਬ 'ਚ ਟ੍ਰੇਨਾਂ ਚਾਲੂ ਹੋਣਗੀਆਂ। ਉਹ ਤਸਵੀਰਾਂ ਰੇਲਵੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ, ਉਹ ਕਹਿ ਰਹੇ ਕਿ ਕਈ ਥਾਵਾਂ ਤੇ 13 ਤੋਂ 15 ਥਾਵਾਂ ਅਜਿਹੀਆਂ ਨੇ ਜਿੱਥੇ ਕਿਸਾਨ ਬੈਠੇ ਹੋਏ ਨੇ, ਕਾਂਗਰਸ ਦੇ ਨੁਮਾਇੰਦੇ ਬੈਠੇ ਹੋਏ ਨੇ। ਮੈਂ ਉਸ ਗੱਲ ਨੂੰ ਕੰਟਰਡਿਕਟ ਕਰਦਾ। ਜਦੋਂ ਇਹ ਅਸੀਂ ਮੁੱਖ ਮੰਤਰੀ ਜੀ ਨਾਲ ਲੰਚ ਕਰ ਰਹੇ ਸੀ, ਉਹਨਾਂ ਇਸੇ ਵੇਲੇ ਆਪਣੇ ਡੀਜੀਪੀ ਪੰਜਾਬ ਨੂੰ ਔਰ ਜਿਹੜੇ ਇੰਟੈਲੀਜੈਂਸ ਦੇ ਚੀਫ ਆ ਉਹਨਾਂ ਨੂੰ ਫੋਨ ਲਾਇਆ ਕਿ ਕਿਉਂ ਭਾਈ ਇੱਥੇ ਨਿਊਜ਼ ਆ ਰਹੀ ਹੈਗੀ ਆ ਕਿ 10 ਵਾਰ ਉਹਨਾਂ ਨੇ ਕਨਫਰਮ ਕੀਤਾ ਕਿ ਨੋ
ਸਿਰਫ ਉਹ ਦੋ ਜਗ੍ਹਾ ਜਿੱਥੇ ਬੈਠੇ ਹੈਗੇ ਔਰ ਤੀਸਰਾ ਜਿਹੜਾ ਜਨਿਆਲੇ ਦਾ ਛੋਟਾ ਜਿਹਾ ਉਹ ਸਾਈਡ ਤੇ ਉਹਨੇ ਬੈਠੇ ਹੈਗੇ ਆ, ਕਿਤੇ ਪੰਜਾਬ 'ਚ ਨਹੀਂ ਬੈਠੇ ਹੈਗੇ। ਤੁਸੀਂ ਕਹਿ ਰਹੇ ਹੋ ਕਿ ਜਦੋਂ ਨਿਊਜ਼ 18 ਨੇ ਖਬਰ ਦਿਖਾਈ, ਜੋ ਤਸਵੀਰਾਂ ਰੇਲਵੇ ਵੱਲੋਂ ਦਿਖਾਈਆਂ ਗਈਆਂ, ਜੋ ਰੇਲਵੇ ਨੇ ਭੇਜੀਆਂ ਨਿਊਜ਼ 18 ਨੂੰ, ਉਹ ਤਸਵੀਰਾਂ ਦੇਖਣ ਤੋਂ ਬਾਅਦ ਮੁੱਖ ਮੰਤਰੀ ਨੇ ਡੀਜੀਪੀ ਨਾਲ ਗੱਲ ਕੀਤੀ ਔਰ ਪਤਾ ਕੀਤਾ ਕਿ ਕਿੱਥੇ ਕਿੰਨੇ ਧਰਨੇ ਲੱਗੇ ਨੇ। ਡੀਜੀਪੀ ਸਾਹਿਬ ਦਾ ਕੀ ਕੁਝ ਕਹਿਣਾ ਸੀ? ਉਹਨਾਂ ਦਾ ਕਹਿਣਾ ਇਹ ਸੀ ਕਿ ਆਪਣੇ ਸਿਰਫ ਦੋ ਪ੍ਰਾਈਵੇਟ ਜਿਹੜੀਆਂ ਲਾਈਨਾਂ ਨੇ, ਪ੍ਰਾਈਵੇਟ ਮੇਨ ਲਾਈਨਾਂ ਨਹੀਂ, ਉਹਨਾਂ ਤੇ ਲੋਕ ਜ਼ਰੂਰ ਬੈਠੇ ਹੋ ਗਏ, ਸਾਰਾ ਪੰਜਾਬ ਖਾਲੀ ਪਿਆ। ਇਹ ਬਿਲਕੁਲ ਬੀਜੇਪੀ, ਸਟੇਟ ਬੀਜੇਪੀ ਦੇ ਜਿਹੜੇ ਲੋਕ ਨੇ, ਸਾਡੇ ਉੱਥੋਂ ਦੇ ਜਿਹੜੇ ਲੋਕ ਨੇ, ਉਹ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ, ਆਪਣੇ ਜਿਹੜੇ ਦਿੱਲੀ ਵਾਲੇ ਬੌਸ ਆ ਉਹਨਾਂ ਨੂੰ ਖੁਸ਼ ਕਰਨ ਲਈ ਐਵੇਂ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਜਾ ਰਹੇ ਆ। ਇਹਨਾਂ ਦੀ ਆਪਣੀ ਆਈਬੀ ਹੈਗੀ ਆ, ਇੰਟੈਲੀਜੈਂਸ ਬਿਊਰੋ ਤਾਂ ਗਵਰਨਮੈਂਟ ਆਫ ਇੰਡੀਆ ਨਾਲ। ਉਹ ਜਿਹੜੀ ਰੇਲਵੇ ਵੱਲੋਂ ਤਸਵੀਰਾਂ ਜਾਰੀਆਂ ਹੋ ਰਹੀਆਂ, ਉਹ ਵੱਖ-ਵੱਖ ਥਾਵਾਂ ਤੇ, ਉਹ ਮੱਖੂ ਦੀ ਗੱਲ ਕਰ ਰਹੇ, ਉਹ ਫਿਰੋਜ਼ਪੁਰ ਦੀ ਗੱਲ ਕਰ ਰਹੇ, ਉਹ ਹੋਰ ਕਈ ਥਾਵਾਂ ਦੀ ਗੱਲ ਕਰ ਰਹੇ, ਉਹ ਤਸਵੀਰਾਂ ਵੀ ਦਿਖਾ ਰਹੇ ਕਿ ਇੱਥੇ ਕਿਸਾਨ ਬੈਠੇ ਹੋਏ ਆ। ਜਦੋਂ ਤੱਕ ਟਰੈਕ ਕਲੀਅਰ ਨਹੀਂ ਹੋਏਗਾ, ਜਦੋਂ ਤੱਕ ਲਿਖਤੀ ਤੌਰ ਤੇ ਜਿਹੜਾ ਸਰਕਾਰ ਭਰੋਸਾ ਨਹੀਂ ਦੇਗੀ, ਉਦੋਂ ਤੱਕ ਟ੍ਰੇਨ ਨਹੀਂ ਚੱਲੇਗੀ। ਦੇਖੋ ਅਸੀਂ ਕੱਲ, ਹੁਣ ਮੈਂ ਪਹਿਲਾਂ ਇਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਆ, ਜੇ ਰੇਲਵੇ ਮਿਨਿਸਟਰ ਸਾਹਿਬ ਕੱਲ ਸਾਨੂੰ ਐਮਪੀਜ਼ ਨੂੰ ਇਹ ਗੱਲ ਕਹਿਣਗੇ ਕਿ ਪੰਜਾਬ ਸਰਕਾਰ ਲਿਖ ਕੇ ਦੇਵੇ, ਅਸੀਂ ਲਿਖ ਕੇ ਦੇ ਦਿਆਂਗੇ, ਉਹਦੇ 'ਚ ਕੋਈ ਗੱਲ ਨਹੀਂ। ਸਾਨੂੰ ਰੇਲ ਮੰਤਰੀ ਨਾਲ ਕੀ ਗੱਲਬਾਤ ਕਰੋਗੇ? ਗੱਲਬਾਤ ਅਸੀਂ ਇਹ ਕਰਾਂਗੇ ਕਿ ਸਾਹਿਬ ਤੁਸੀਂ ਸਾਡੀਆਂ ਰੇਲਾਂ ਸ਼ੁਰੂ ਕਰੋ, ਸਾਡਾ ਤਾਂ ਸਾਰਾ ਹੀ ਨੁਕਸਾਨ ਹੋ ਗਿਆ। ਪ੍ਰੋਕਿਉਰਮੈਂਟ ਚੱਲ ਰਹੀ ਹੈ, ਉਹਦੇ ਲਈ ਬਾਰਦਾਨਾ ਨਹੀਂ ਹੈ, ਮਤਲਬ ਜੂਟ ਬੈਗਸ ਨਹੀਂ ਹੈਗੇ, ਅਸੀਂ ਉਹ ਕਾਹਦੇ 'ਚ ਭਰਨਾ? ਔਰ ਫਿਰ ਤੁਸੀਂ ਜਿਹੜਾ ਸਾਡਾ ਆਪਣਾ ਕਣਕ ਔਰ ਝੋਨਾ ਆਪਣਾ ਚੱਕਣਾ ਹੈਗਾ, ਰਾਈਸ, ਉਹ ਨਹੀਂ ਤੁਸੀਂ ਚੱਕ ਰਹੇ, ਉਹ ਗਡਾਊਨ ਖਾਲੀ ਨਹੀਂ ਹੋ ਰਹੇ। ਇੱਕ ਹੋਰ ਇੱਥੇ ਧਰਨੇ 'ਚ ਵੀ ਕਈ ਸਾਰੇ ਵਿਧਾਇਕ ਕਹਿ ਰਹੇ ਸੀਗੇ, ਉਹ ਕਹਿ ਰਹੇ ਸੀਗੇ ਅਗਰ ਅਸਤੀਫੇ ਵੀ ਦੇਣੇ ਪਏ, ਅਸਤੀਫੇ ਦੇਵਾਂਗੇ। ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਪਿਆ, ਵਿਧਾਇਕਾਂ ਨੂੰ ਅਸਤੀਫਾ ਦੇਣਾ ਪਿਆ, ਅਸੀਂ ਅਸਤੀਫੇ ਦੇਵਾਂਗੇ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਤਾਂ ਕੀ ਮੈਂਬਰ ਪਾਰਲੀਮੈਂਟ ਵੀ ਤਿਆਰ ਨਹੀਂ ਕਾਂਗਰਸ ਦੇ ਕਿ ਅਸਤੀਫਾ ਦੇਣ ਦੇ ਲਈ? ਮੈਂ ਦੇਖੋ, ਮੈਂ ਕਿਉਂਕਿ ਸਰਕਾਰ 'ਚ ਰਿਹਾ ਹੈਗਾ, ਮੈਂ ਦੇਖੋ ਜੇ ਮੌਕਾ ਉਸ ਤਰ੍ਹਾਂ ਦਾ ਬਣ ਗਿਆ ਫਿਰ ਤਾਂ ਹਰ ਪੋਲੀਟੀਸ਼ੀਅਨ ਕਰਦਾ, ਪਰ ਆਪਾਂ ਕੋਸ਼ਿਸ਼ ਕਰੀਏ ਕਿ ਕੇਂਦਰ ਸਰਕਾਰ ਨੂੰ ਕਹੀਏ ਰੇਲਾਂ ਚਾਲੂ ਕਰੇ ਔਰ ਕਿਸਾਨਾਂ ਨਾਲ, ਕਿਸਾਨ ਜਥੇਬੰਦੀਆਂ ਨਾਲ ਡਾਇਲਾਗ ਖੋਲਣ। ਜੇ ਪੰਜਾਬ ਸਰਕਾਰ ਨੂੰ ਵਿੱਚ ਪਾਉਣਾ ਚਾਹੁੰਦੇ ਆ, ਸਾਨੂੰ ਵਿੱਚ ਪਾਉਣਾ ਚਾਹੁੰਦੇ, ਅਸੀਂ ਤਿਆਰ ਹੈਗੇ ਆ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਡਾਊਟਸ ਨੇ ਉਹ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ। ਆਪਾਂ ਪਹਿਲਾਂ ਹੀ ਕਿਉਂ ਐਕਸਟ੍ਰੀਮ ਤੇ ਜਾ ਰਹੇ ਹੈਗੇ ਆ? ਜੇ ਉਧਰ ਨੂੰ ਹਾਲਤ ਚਲੇ ਜਾਣਗੇ ਤੇ ਫਿਰ ਕੀ ਕਰਾਂਗੇ? ਇੱਕ ਬੀਜੇਪੀ ਇਹ ਵੀ ਬੀਜੇਪੀ ਵੱਲੋਂ ਕਿਹਾ ਗਿਆ ਕਿ ਮਹਿਜ਼ ਡਰਾਮਾ ਜੰਤਰ ਮੰਤਰ ਤੇ ਕੀਤਾ ਗਿਆ, 1 ਘੰਟੇ ਦਾ ਧਰਨਾ ਦਿੱਤਾ ਗਿਆ, ਇਹ ਸਿਰਫ ਆਪਣੀ ਬਿਆਨਬਾਜ਼ੀ ਕਰਕੇ ਸਾਰੇ ਚੱਲਦੇ ਹੋਏ, ਇਸ ਤਰੀਕੇ ਨਾਲ ਧਰਨੇ ਨਹੀਂ ਹੁੰਦੇ। ਦੇਖੋ ਇਹ ਤਾਂ ਹੁਣ ਪੋਲੀਟੀਕਲ ਜਜਮੈਂਟਸ ਹੁੰਦੀਆਂ ਨੇ, ਉਹਨਾਂ ਨੂੰ ਅਗਰ ਇਹ ਲੱਗਦਾ ਹੈਗਾ ਔਰ ਉਹਨਾਂ ਨੂੰ ਪੰਜਾਬ ਦਾ ਕਿਸਾਨ, ਉੱਥੋਂ ਦਾ ਮਜ਼ਦੂਰ, ਉੱਥੋਂ ਦਾ ਟਰਾਂਸਪੋਰਟਰ, ਉੱਥੋਂ ਦੇ ਮੰਡੀਆਂ, ਉੱਥੋਂ ਦੇ EMPLOYEES ਨਹੀਂ ਦਿਖ ਰਹੇ, ਤੇ ਮੈਂ ਕੀ ਕਹਿ ਸਕਦਾ? ਅਗਰ ਉਹ ਇਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੇ, ਉਹਨਾਂ ਦੀ ਮਰਜ਼ੀ ਹੈਗੀ ਆ। ਲੇਕਿਨ ਇਹ ਕਿਸਾਨ ਜਥੇਬੰਦੀਆਂ ਨੇ ਜਿਹੜਾ ਮੁੱਦਾ ਚੱਕਿਆ ਹੈਗਾ, ਮੈਨੂੰ ਲੱਗਦਾ ਕਿ ਹਰ ਸਰਕਾਰ, ਹਰ ਪੋਲੀਟੀਸ਼ੀਅਨ, ਪੰਜਾਬ ਸਰਕਾਰ, ਕੇਂਦਰ ਸਰਕਾਰ, ਸਾਰਿਆਂ ਦਾ ਫਰਜ਼ ਬਣਦਾ ਕਿ ਜਿਹੜੇ ਸ਼ੰਕਾ, ਜਿਹੜੇ ਸ਼ੱਕ ਉਹਨਾਂ ਨੂੰ ਹੈਗੇ ਉਹ ਅਸੀਂ ਦੂਰ ਕਰੀਏ ਔਰ ਉਹਨਾਂ ਨੂੰ ਉੱਥੋਂ ਉਠਾ ਕੇ ਆਪਣਾ ਪੰਜਾਬ ਨੂੰ ਨਾਰਮਲ ਕਰੀਏ। ਇਸ ਵੇਲੇ ਵੀ ਉਹ ਮਿਨਿਸਟਰਾਂ ਦੀ ਜਿਹੜੀ ਸਬ ਕਮੇਟੀ ਹੈਗੀ ਆ, ਉਹਦੇ 2 ਮਿਨਿਸਟਰ, ਇੱਕ ਸਿਰਫ ਤ੍ਰਿਪਤ ਬਾਜਵਾ ਜੀ ਇੱਥੇ ਆਏ ਸੀ, ਬਾਕੀ ਉੱਥੇ ਹੈਗੇ ਆ ਔਰ ਇਸ ਵੇਲੇ ਵੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਆ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਈ ਤੁਸੀਂ ਲਾਈਨਾਂ ਖਾਲੀ ਕਰੋ। ਤਾਂ ਲੰਚ ਹੋਇਆ, ਲੰਚ ਤੋਂ ਬਾਅਦ ਬਕਾਇਦਾ ਤੌਰ ਤੇ ਡਾਕਟਰ ਅਮਰ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਰਣਨੀਤੀ ਤਿਆਰ ਕੀਤੀ ਜਾਣੀ ਹੈ। ਤੁਸੀਂ ਲਗਾਤਾਰ ਬਣੇ ਰਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਅਸੀਂ ਆਵਾਂਗੇ ਤਾਂ ਰੁਕ ਕਰਾਂਗੇ, ਦਿੱਲੀ ਦੱਸਾਂਗੇ ਦਰਸ਼ਕਾਂ ਨੂੰ ਕਿ ਤਾਜ਼ਾ ਕੀ ਅਪਡੇਟ ਹੈ। ਇਸ ਵੇਲੇ ਲੰਚ ਤੋਂ ਬਾਅਦ ਹੁਣ ਮੀਟਿੰਗ ਦਾ ਦੌਰ ਸ਼ੁਰੂ ਹੋਣਾ ਹੈ ਵਿਧਾਇਕਾਂ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਦਾ ਲਗਾਤਾਰ ਸਾਡੇ ਸਹਿਯੋਗੀ ਪੰਕਜ ਕਪਾਹੀ ਬਣੇ ਹੋਏ ਨੇ, ਥੋੜੀ ਦੇਰ ਬਾਅਦ ਫਿਰ ਉਹਨਾਂ ਕੋਲ ਚੱਲਾਂਗੇ ਤੇ ਜਾਣਾਂਗੇ ਕੀ ਤਾਜ਼ਾ ਅਪਡੇਟ ਆ। ਫਿਲਹਾਲ ਲੰਚ ਵਿਧਾਇਕਾਂ ਦੇ ਨਾਲ ਖਤਮ ਹੋ ਚੁੱਕਿਆ। ਕੈਪਟਨ ਅਮਰਿੰਦਰ ਸਿੰਘ ਦਾ ਇਸ ਵੇਲੇ ਦੀ ਅਹਿਮ ਖਬਰ ਹੈ। ਇਸ ਤੋਂ ਬਾਅਦ ਹੁਣ ਮੀਟਿੰਗ ਹੋਣੀ ਹੈ, ਮੀਟਿੰਗ ਦੇ ਵਿੱਚ ਇਹ ਵਿਚਾਰ ਚਰਚਾ ਹੋਣੀ ਹੈ, ਉਸ ਤੋਂ ਬਾਅਦ ਨਿਰਣੇ ਹੋਣਾ ਕੀ ਅੱਗੇ ਦੀ ਰਣਨੀਤੀ ਰਹੀ ਕਾਂਗਰਸ ਪਾਰਟੀ ਦੀ। ਕਿਉਂਕਿ ਜਿਹੜੇ ਧਰਨੇ ਨੂੰ, ਜਿਹੜੇ ਮਕਸਦ ਨੂੰ ਲੈ ਕੇ ਅੱਜ ਉੱਥੇ ਪਹੁੰਚੇ ਸੀ, ਚਾਹੇ ਉਹ ਕਾਂਗਰਸ ਦੇ ਮੁੱਖ ਮੰਤਰੀ ਹੋਣ ਜਾਂ ਫਿਰ ਬਾਕੀ ਸਾਰੇ ਵਿਧਾਇਕ, तमाम ਲੀਡਰਸ਼ਿਪ ਉੱਤੇ ਪਹੁੰਚੀ ਹੈ, ਉਸ ਦਾ ਅੱਗੇ ਕਿਸ ਤਰੀਕੇ ਦੀ ਰੂਪਰੇਖ ਰਹੇਗੀ ਉਸ ਦੇ ਉੱਪਰ ਗੰਭੀਰਤਾ ਦੇ ਨਾਲ ਵਿਚਾਰ ਚਰਚਾ होनी है। कनक की बिजाई शुरू हो गई, गेहूं की, और गेहूं के लिए मेरे पास सिर्फ 10% यूरिया जितना चाहिए था उतने 10% है मेरे पास। डाई अमोनियम फॉस्फेट जो आलू लगते हैं, आलू शुरू हो गई बिजाई, उसके पास भी हमारे पास भी शॉर्टेज ऑफ डाई अमोनियम फॉस्फेट, वो नहीं है मेरे पास। और मेरे जो रिकॉर्ड बम्पर क्रॉप आ रहा है, अगर उसको संभाल नहीं करेंगे, दिवाली से पहले सुना है कि बारिश आएगी, और अगर कोई खराबी हो उस जो मंडी में हमारी पड़ी है, वो धान जो आ रहा है अभी
तो वो हमारे सिर होगा। ये है अंडरस्टैंडिंग हमारी फूड कॉर्पोरेशन के साथ कि एक बार हमने खरीद लिया, जिम्मेवारी हमारी है, कोई खराबी हो पंजाब के सिर। और आप अलाउ नहीं कर रहे कि बारदाने आए, और आप ये भी नहीं कर रहे कि जो पिछला गेहूं पड़ा है, हमारे गोडाउन भरे हुए हैं, जब तक उनको निकालेंगे नहीं हम, तो हम ये नई फसल रखेंगे कहाँ। ये जो बिल पास किए 3 बिल, हमने देखा इनको कि वो हमारी जो किसानी है, हम ऐसा मैं कहना चाहता हूं आपको कि चाहे पंजाब 1.57% है सिर्फ हिंदुस्तान की आबादी, 1.57%, लेकिन 40% हम देते हैं नेशनल फूड पूल को। एक एस्टैब्लिश सिस्टम था, उसको तोड़ने का फायदा क्या है आपको हुआ? आप एक सिस्टम कर रहे हो कि कॉर्पोरेट हाउसेज इसको खरीदें। अब आप बताओ मुझे कि 75% मेरे किसान 5 किले से कम हैं, उनमें से आधे किसान 2.5 किले से कम। तो ये जो लड़ाई मैं ले रहा हूं, मैं उन गरीबों के लिए ले रहा हूं जिनकी 2 एकड़, 1 एकड़, 2.5 एकड़, और वो हैं 75% के 25% इज दैट टाइप ऑफ, उस किस्म का फार्मर। मुझे मालूम है कि वो बिल अभी राजभवन में पड़ा है गवर्नर साहब के पास। क्यों पड़ा है ये मुझे समझ नहीं आती, बिकॉज गवर्नर हैज नो रोल टू प्ले। गवर्नर इज ओनली अ पोस्ट बॉक्स। वो हम देते हैं उनको, हम 20 तारीख को दे आए थे सब पार्टीज मिलकर, और उनकी ड्यूटी बनती थी कि उसको राष्ट्रपति जी को पहुंचाए। 2 हफ्ते हो गए, आज तक नहीं पहुंची। उनने कोई उसमें कमेंट नहीं देना, कुछ नहीं करना। इट इज स्ट्रेट फॉरवर्ड delivery to the Rashtrapati Bhavan to the President. Now we want to know that. So I did not go to see I wanted to see the President for this reason. Do not think that Punjab is a state which is out to disturb the peace of this country. We are not. We are there to preserve the peace of this country. My job, ये मेरा काम है, and I have told you I am also Home Minister. I know what Pakistan is up to. There will be what China is up to. There will be collusiveness in there whenever any trouble takes place, and if it takes place, which I hope it doesn't, but it will take. But we are there to give our blood. We have given our blood many times in the past for our country, and we will do it again. That's not a problem. My problem is that you must now look at us in that light, and I hope that the government of India will look at us. हमारी दिल्ली की जो सरकार है, हमें देखेंगे और समझेंगे कि हम क्या चाह रहे हैं। हम कोई झगड़ा नहीं चाहते। इफ यू नोटिस, देयर हैज बीन नो कैजुअल